नमस्कार साथियों, रीड ਦੇ ਲੈਵਲ 1 ਅਤੇ ਲੈਵਲ 2 ਦੇ ਅੰਦਰ ਲੈਂਗੁਏਜ ਫਸਟ ਪੰਜਾਬੀ ਅਤੇ ਲੈਂਗੁਏਜ ਸੈਕੰਡ ਪੰਜਾਬੀ ਦੇ ਅੰਦਰ ਆਪਣਾ ਟੌਪਿਕ ਹੈ ਵਿਅੰਜਨ ਦੇ ਬਾਰੇ। ਤੇ ਉਸ ਦੇ ਅੰਦਰ ਆਪਾਂ ਇਸ ਤੋਂ ਪਹਿਲੇ ਪੜ੍ਹ ਚੁੱਕੇ ਹਾਂ ਕਿ ਵਿਅੰਜਨ ਧੁਨੀਆਂ ਦਾ ਜਿਹੜਾ ਉਚਾਰਨ ਸਥਾਨ ਹੈ ਉਹ ਕਿਹੜਾ ਹੈ। ਪਰ ਅੱਜ ਆਪਾਂ ਇਸ ਕਲਾਸ ਦੇ ਅੰਦਰ ਉਸੇ ਪੁਆਇੰਟ ਦਾ ਅਗਲਾ ਪੁਆਇੰਟ ਪੜ੍ਹਨਾ ਹੈ ਕਿ ਵਿਅੰਜਨ ਧੁਨੀਆਂ ਨੂੰ ਉਚਾਰਨ ਵਿਧੀ ਦੇ ਅਨੁਸਾਰ ਆਪਾਂ ਕਿਸ ਹਿਸਾਬ ਨਾਲ ਦੇਖਦੇ ਹਾਂ ਜਾਂ ਫਿਰ ਉਹਨਾਂ ਦੀ ਵਰਗ ਵੰਡ ਕੀਤੀ ਜਾਂਦੀ ਹੈ। ਇਸ ਤੋਂ ਪਹਿਲੇ ਜੋ ਵੀਡੀਓ ਮੈਂ ਪਾਏ ਸਨ ਉਹਨਾਂ ਦੇ ਅੰਦਰ ਆਪ ਨੂੰ ਸਵਰ ਧੁਨੀਆਂ ਦੇ ਬਾਰੇ ਵੀਡੀਓ ਦਿੱਤਾ ਸੀ ਤੇ ਇਸ ਦੇ ਨਾਲ ਨਾਲ ਆਪ ਨੂੰ ਵਿਅੰਜਨ ਧੁਨੀਆਂ ਦਾ ਉਚਾਰਨ ਸਥਾਨ ਅਨੁਸਾਰ ਕੀ ਵਰਗ ਵੰਡ ਹੈ ਉਸ ਦਾ ਵੀਡੀਓ ਪ੍ਰੋਵਾਈਡ ਕਰਵਾਇਆ ਸੀ। ਤਾਂ ਆਓ ਆਪਾਂ ਗੱਲ ਕਰਦੇ ਹਾਂ ਅੱਜ ਇਸ ਵੀਡੀਓ ਦੇ ਅੰਦਰ ਕਿ ਉਚਾਰਨ ਢੰਗ ਯਾਨੀ ਜਿਸ ਨੂੰ ਆਪਾਂ ਉਚਾਰਨ ਵਿਧੀ ਵੀ ਕਹਿ ਦਿੰਦੇ ਹਾਂ ਤਾਂ ਉਸ ਹਿਸਾਬ ਨਾਲ ਪੰਜਾਬੀ ਵਿਅੰਜਨ ਧੁਨੀਆਂ ਦੀ ਵਰਗ ਵੰਡ ਕੀ ਹੈ। ਤਾਂ ਜਦੋਂ ਆਪਾਂ ਉਚਾਰਨ ਢੰਗ ਦੀ ਗੱਲ ਕਰਦੇ ਹਾਂ ਜਾਂ ਫਿਰ ਵਿਧੀ ਦੀ ਗੱਲ ਕਰਦੇ ਹਾਂ ਤਾਂ ਉਸ ਮੁਤਾਬਕ ਜਿਹੜੀ ਆਪਣੇ ਕੋਲੇ ਵਰਗ ਵੰਡ ਆ ਜਾਂਦੀ ਹੈ ਉਹ ਵਿਅੰਜਨ ਧੁਨੀਆਂ ਨੂੰ ਆਪਾਂ 8 ਭਾਗਾਂ ਦੇ ਅੰਦਰ ਵੰਡਦੇ ਹਾਂ। ਇਹ ਗੱਲ ਨੋਟ ਕਰ ਲੈਣਾ ਕਿ ਉਚਾਰਨ ਵਿਧੀ ਜਾਂ ਫਿਰ ਢੰਗ ਇੱਕੋ ਹੀ ਗੱਲ ਹੈ। ਇਹਦੇ ਮੁਤਾਬਕ ਵਿਅੰਜਨ ਧੁਨੀਆਂ ਨੂੰ ਆਪਾਂ 8 ਹਿੱਸਿਆਂ ਦੇ ਅੰਦਰ ਵੰਡਦੇ ਹਾਂ। ਹੁਣ ਇਹ ਕਿਹੜੇ ਕਿਹੜੇ ਨੇ ਉਹਨਾਂ ਦੇ ਨੰਬਰ ਵਾਈਜ਼ ਆਪਾਂ ਵੇਖਦੇ ਹਾਂ ਕਿ ਉਹ ਕਿਹੜੇ ਕਿਹੜੇ ਵਰਗ ਵੰਡ ਨੇ ਜਿਨ੍ਹਾਂ ਦੇ ਮੁਤਾਬਕ ਵਿਅੰਜਨ ਧੁਨੀਆਂ ਨੂੰ ਵੰਡਿਆ ਗਿਆ ਹੈ ਵਿਧੀ ਦੇ ਅਨੁਸਾਰ ਜਾਂ ਫਿਰ ਢੰਗ ਦੇ ਅਨੁਸਾਰ। ਤਾਂ ਪਹਿਲਾ ਆ ਜਾਂਦਾ ਹੈ ਡੱਕਵੇਂ ਅਡੱਕਵੇਂ ਵਿਅੰਜਨ। ਪਹਿਲਾਂ ਆਪਾਂ ਗੱਲ ਕਰਾਂਗੇ ਡੱਕਵੇਂ ਵਿਅੰਜਨਾਂ ਦੀ। ਇਸ ਦੇ ਅੰਦਰ ਹੈਗੇ ਡੱਕਵੇਂ ਵਿਅੰਜਨ 15 ਨੇ। ਹੁਣ ਡੱਕਵੇਂ ਵਿਅੰਜਨ ਕਿੰਨੇ ਹੈ ਆਪਣੇ ਕੋਲੇ? ਇਹਨਾਂ ਦੀ ਗਿਣਤੀ 15 ਹੈ। ਇਹਨਾਂ ਦਾ ਉਚਾਰਨ ਕਰਨ ਲੱਗਿਆ ਸਾਹ ਦੀ ਹਵਾ ਨੂੰ ਪੂਰੀ ਤਰ੍ਹਾਂ ਰੋਕ ਕੇ ਯਾਨੀ ਡੱਕ ਕੇ ਫਿਰ ਇੱਕਦਮ ਛੱਡਿਆ ਜਾਂਦਾ ਹੈ। ਹੁਣ ਇਹ ਉਚਾਰਨ ਵਿਧੀ ਹੈ ਯਾਨੀ ਇਹਨੂੰ ਆਪਾਂ ਇਹ ਕਹਾਂਗੇ ਉਚਾਰਨ ਢੰਗ ਕਹਿ ਦਿਓ ਜਾਂ ਫਿਰ ਉਚਾਰਨ ਵਿਧੀ ਕਹਿ ਦਿਓ, ਇੱਕੋ ਹੀ ਗੱਲ ਹੈ। ਇਹਦੇ ਅੰਦਰ ਹੁੰਦਾ ਕੀ ਹੈ ਕਿ ਜਿਹੜੀ ਆਪਣੇ ਫੇਫੜਿਆਂ 'ਚੋਂ ਹਵਾ ਆ ਰਹੀ ਹੈ ਉਸ ਨੂੰ ਕਿਹੜੀ ਆਪਾਂ ਢੰਗ ਦੇ ਨਾਲ ਕਿਹੜੀ ਵਿਧੀ ਦੇ ਨਾਲ ਆਪਾਂ ਰਸਤਾ ਦੇ ਰਹੇ ਹਾਂ, ਮੂੰਹ ਪੋਲ ਦੇ ਅੰਦਰ ਦੀ ਗੱਲ ਹੋ ਰਹੀ ਹੈ ਤਾਂ ਉਹ ਤਰੀਕਾ ਇਸ ਦੇ ਅੰਦਰ ਦੱਸਿਆ ਗਿਆ। ਤਾਂ ਉਹਦੇ ਅੰਦਰ ਡੱਕਵੀਂ ਸ਼੍ਰੇਣੀ ਜਿਹੜੀ ਆ ਜਾਂਦੀ ਹੈ। ਡੱਕਣ ਦਾ ਮਤਲਬ ਹੈ ਕਿ ਇੱਕੇ ਦਮ ਰੋਕ ਲੈਣਾ ਤੇ ਫਿਰ ਛੱਡ ਦੇਣਾ। ਯਾਨੀ ਜਿਹੜੀ ਫੇਫੜਿਆਂ 'ਚੋਂ ਹਵਾ ਆ ਰਹੀ ਹੈ ਉਹ ਪੌਣ ਧਾਰਾ ਆ ਰਹੀ ਹੈ ਜੋ ਸਾਡਾ ਸਾਹ ਆ ਰਿਹਾ ਜਿਸ ਦੇ ਰਾਹੀਂ ਕੋਈ ਧੁਨੀ ਉਚਾਰੀ ਜਾਣੀ ਹੈ ਉਹ ਮੂੰਹ ਪੋਲ ਦੇ ਇੱਕ ਹਿੱਸੇ ਦੇ ਅੰਦਰ ਆ ਕੇ ਇੱਕੇ ਦਮ ਰੋਕ ਲਈ ਜਾਂਦੀ ਹੈ ਤੇ ਫਿਰ ਛੱਡ ਦਿੱਤੀ ਜਾਂਦੀ ਹੈ। ਯਾਨੀ ਆਪਾਂ ਪੂਰੀ ਤਰ੍ਹਾਂ ਹਵਾ ਨੂੰ ਰੋਕ ਕੇ ਜਦੋਂ ਇੱਕੇ ਦਮ ਛੱਡਦੇ ਹਾਂ ਉਹਨੂੰ ਡੱਕਣਾ ਕਹਿ ਦਿੰਦੇ ਹਾਂ। ਤਾਂ ਯਾਨੀ ਇਹ ਡੱਕਣੇ ਤੋਂ ਹੀ ਬਣ ਗਿਆ ਡੱਕਵੇਂ ਵਿਅੰਜਨ। ਇਹ ਵਿਅੰਜਨ ਅੱਗੇ ਵਾਦ ਯਾਨੀ ਆਵਾਜ਼ ਤੇ ਪ੍ਰਾਣ ਯਾਨੀ ਸਾਹ ਦੀ ਮਿਕਦਾਰ ਦੇ ਆਧਾਰ ਤੇ ਨਾਦੀ ਅਨਾਦੀ ਅਤੇ ਮਹਾਪ੍ਰਾਣ ਵਰਗਾਂ ਵਿੱਚ ਵੰਡਿਆ ਗਿਆ। ਯਾਨੀ ਇਹਨੂੰ ਵੀ ਅੱਗੇ ਆਪਾਂ 3 ਹਿੱਸਿਆਂ 'ਚ ਵੰਡਦੇ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਡੱਕਵੇਂ ਵਿਅੰਜਨ ਹੈ। ਡੱਕਵੇਂ ਕਿਉਂ ਹੈ? ਕਿਉਂਕਿ ਜਿਹੜੀ ਸਾਡੇ ਫੇਫੜਿਆਂ 'ਚੋਂ ਆ ਰਹੀ ਹਵਾ ਹੈ ਪੌਣ ਹੈ ਉਹ ਮੂੰਹ ਪੋਲ ਦੇ ਇੱਕ ਹਿੱਸੇ ਦੇ ਅੰਦਰ ਆ ਕੇ ਇੱਕਦਮ ਰੋਕ ਲਈ ਜਾਂਦੀ ਹੈ ਤੇ ਫਿਰ ਅਚਾਨਕ ਇੱਕਦਮ ਛੱਡ ਦਿੱਤੀ ਜਾਂਦੀ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਡੱਕੀ ਗਈ। ਤਾਂ ਦੂਜੀ ਗੱਲ ਇਹ ਹੋ ਗਈ ਕਿ ਇਸ ਨੂੰ ਜਦੋਂ ਅੱਗੇ ਆਪਾਂ ਵੰਡਦੇ ਹਾਂ ਤਾਂ ਉਹ 3 ਆਧਾਰ 'ਤੇ ਵੰਡ ਸਕਦੇ। ਇੱਕ ਤਾਂ ਇਸ ਆਧਾਰ 'ਤੇ ਵੰਡ ਸਕਦੇ ਹਾਂ ਕਿ ਉਹ ਉਸ ਨੂੰ ਵਾਦ ਦੇ ਆਧਾਰ 'ਤੇ ਵਾਦ ਯਾਨੀ ਆਵਾਜ਼ ਦੇ ਆਧਾਰ 'ਤੇ ਤੇ ਦੂਜਾ ਹੈ ਪ੍ਰਾਣ ਦੇ ਆਧਾਰ 'ਤੇ। ਪ੍ਰਾਣ ਦਾ ਮਤਲਬ ਇੱਥੇ ਇਹ ਦਿੱਤਾ ਗਿਆ ਹੈ ਕਿ ਸਾਹ ਦੀ ਜੋ ਮਿਕਦਾਰ ਹੈ ਉਸ ਦੇ ਅਨੁਸਾਰ ਉਸ ਦੇ ਆਧਾਰ 'ਤੇ ਜਿਵੇਂ ਨਾਦੀ ਅਨਾਦੀ ਮਹਾਪ੍ਰਾਣ ਇਹਨਾਂ ਵਰਗਾਂ ਦੇ ਅੰਦਰ ਆਪਾਂ ਵੰਡਦੇ ਹਾਂ। ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਵਰਗ ਵੰਡ ਕਿਸ ਪ੍ਰਕਾਰ ਦੀ ਹੈ ਕਿਉਂਕਿ ਪ੍ਰੀਖਿਆ ਦੇ ਅੰਦਰ ਇਹਨਾਂ ਪੁਆਇੰਟਾਂ ਦੇ ਅੰਦਰੋਂ ਅਕਸਰ ਪ੍ਰਸ਼ਨ ਪੁੱਛੇ ਜਾਂਦੇ ਰਹਿੰਦੇ ਨੇ। ਤਾਂ ਇਹ ਆਪਣੇ ਕੋਲੇ 3 ਸ਼੍ਰੇਣੀਆਂ ਨੇ। ਇੱਕ ਤਾਂ ਅਨਾਦੀ ਅਲਪ ਪ੍ਰਾਣ ਧੁਨੀਆਂ ਨੇ ਯਾਨੀ ਜਿਨ੍ਹਾਂ ਨੂੰ ਪ੍ਰਾਣ ਹੈ ਜਿਹੜਾ ਅਲਪ ਮਾਤਰਾ ਦੇ ਅੰਦਰ ਲੱਗਦਾ ਹੈ। ਇੱਕ ਅਨਾਦੀ ਮਹਾਪ੍ਰਾਣ ਧੁਨੀਆਂ ਨੇ ਜਿਨ੍ਹਾਂ ਨੂੰ ਮਹਾਪ੍ਰਾਣ ਹੈ ਪ੍ਰਾਣ ਹੈ ਜਿਹੜਾ ਯਾਨੀ ਆਪਣਾ ਉਹ ਮਹਾ ਯਾਨੀ ਅਲਪ ਤੋਂ ਜ਼ਿਆਦਾ ਲੱਗਦਾ ਹੈ। ਇਹ ਆਪਾਂ ਇਹ ਕਹਾਂਗੇ ਅਲਪ ਤੋਂ ਜ਼ਿਆਦਾ ਲੱਗਦਾ ਪਰ ਅਨਾਦੀ ਨੇ। ਪਰ ਤੀਸਰੀਆਂ ਆ ਜਾਂਦੀਆਂ ਨੇ ਉਹ ਨਾਦੀ ਆ ਜਾਂਦੀਆਂ ਨੇ ਯਾਨੀ ਉਹ ਅਲਪ ਪ੍ਰਾਣ ਧੁਨੀਆਂ ਦੇ ਅੰਦਰ ਆ ਜਾਂਦੀਆਂ ਪਰ ਉਹ ਨਾਦੀ ਨਹੀਂ। ਬੜਾ ਹੀ ਸੌਖਾ ਤਰੀਕਾ ਹੈ ਇਸ ਨੂੰ। ਦੂਜੀ ਗੱਲ ਇਹ ਹੈ ਕਿ ਤੁਸੀਂ ਕਰਮਵਾਰ ਇਸ ਤਰੀਕੇ ਦੀ ਇੱਕ ਟੇਬਲ ਬਣਾ ਲੈਣਾ। ਪਹਿਲੇ ਅਨਾਦੀ ਪਹਿਲਾਂ ਘੱਟ ਫਿਰ ਉਸ ਤੋਂ ਵੱਧ ਫਿਰ ਜਿਹੜਾ ਤੀਸਰਾ ਬਚੇਗਾ ਉਹ ਹੋਏਗਾ ਤਾਂ ਅਲਪ ਪ੍ਰਾਣ ਪਰ ਉਹ ਅਨਾਦੀ ਨਹੀਂ ਉਹ ਨਾਦੀ ਹੋਏਗਾ। ਫਿਰ ਉਦੋਂ ਬਾਅਦ 'ਚ ਤੁਸੀਂ ਕੀ ਕਰਨਾ ਹੈ
कै वर्ग के पहले 3 अखर लिख देनी है, फिर चै वर्ग के पहले 3 लिख देनी है, फिर टै वर्ग के पहले 3 अखर लिख देनी है, तो इस तो बाद तै वर्ग के पहले 3 अखर लिख देनी है, तो अंत के अंदर तुसी पै वर्ग के पहले 3 अखर लिख देनी है। तो आप कोले 5 3 15 अखर हो जाएंगे। ये वो 15 अखर ने जिन्होंने आपां ढकवे व्यंजन कहने हाँ। तो ये टेबल बना के जो तुसी इसनूं 1-2 बार प्रैक्टिस करोगे तो बिल्कुल समझ आ जाएगा। दूजा तरीका है, ऊपर जो मैं स्पष्टीकरण दिता सी उस अनुसार भी तुसी समझ सकते हो। जेकर फिर भी समझ ना आए तो दस देना, इसनूं दोबारा तो रिवीजन करवाया जा सकता है। इस टेबल के अनुसार इसनूं हल भी किया जा सकता है, क्योंकि पेपर के अंदर इत्थों ही अपने प्रश्न चुकने ने कि हेठ लिखिया विचों ढकवे व्यंजन नहीं है या फिर ढकवे व्यंजन हैं, या फिर वो पूछेगा कि हेठ लिखे वर्ग वंड के अंदरों नादी अल प्राण धुनियां हैं, तो उस दे अंदर ये आ जानियां ये वालियां। तो इस तरीके नाल तुसीं ये प्रश्न भी आपनूं मिलने वाले ने। तो इस तो पहले मैं दसना चाहांगा कि आपनूं शाम दे वीडियो के अंदर शाम नूं एक वीडियो प्रोवाइड करवावांगे जिथे प्रश्नों की प्रैक्टिस करवाई जानी है। जल्द वो टॉपिक आपनूं मिलने वाला है, जिसका नोटिफिकेशन तुसी मिल जाएगा। वो टैलीग्राम चैनल ते सहज स्टडी ਦੇ अंदर मिल जाएगा। तो इसके नाल ही नाल तुसी यूट्यूब का जोड़ा बैल आइकन है उसनूं भी ऑन कर लेना, ताकि इस यूट्यूब चैनल का जो भी नोटिफिकेशन है वो वेले सर आपनूं मिल जाए। तो हुण आपां इस तो बाद गल करांगे नासकी व्यंजनां दी गल करांगे। इस तो पहले आपां जिहड़े ढकवे व्यंजन देखे सन, पर हुण आपां गल करनी है नासकी व्यंजनां दी गल करनी है कि नासकी व्यंजन किहड़े हुंदे ने। नासकी व्यंजनां दी जो गल करते हैं, इन्हां दे उचारण समय साह की हवा नक राहीं बाहर आउंदी है। हुण हुंदा की है, पंजाबी दे अंदर एक तां अपने कोल लगां आ जांदियां ने, बिंदी टिप्पी, वो भी नासकी ने, क्योंकि उन्हां नूं बोलण समय अपनी जिहड़ी लगा नहीं वो लगाखर कहे जाते हैं। साथियों नोट कर लेना, लगाखर हुंदे नहीं क्योंकि वो लगा दे नाल ही लगदे ने। बिंदी ते टिप्पी वो नासकी हुंदे ने। दूजे जिहड़े अपने कोले व्यंजन आ जाते हैं वो कै वर्ग तो पै वर्ग दे जिहड़ा 5वां अखर हुंदा उसनूं लिया जाता है। ये वर्ग टेबल के अनुसार जेकर समझोगे तो वधेरे याद रह सकता है। 1-2 बार रफ कापी के उपर इसनूं बना के देखना, समझ आ जाएगा। यानी कै वर्ग तो पै वर्ग का लास्ट वाले अखर ने वो जिहड़े नासकी ने। ये नासकी क्यों ने? क्योंकि जिहड़ी साडे उचारण समय जो साडी पौण धारा है वो मूँह थाणी घट ते नक रस्ते बाहर ज़्यादा आउंदी है, इस कारण इन्हों नासकी आखते हैं। क्योंकि नक रस्ते ये हवा है जी बाहर इन्हां व्यंजन धुनियां उचारण समय बाहर ज़्यादा आउंदी है, इसलिए इसनूं आपां की कहने नासकी व्यंजन धुनियां कहने हैं। इसके कुछ होर नियम भी नहीं, जिहड़े शब्द जोड़ां के अंदर भी समझाए गए ने। वो नियम इन्हां तो रिलेटेड भी ने। शब्द जोड़ का टॉपिक आपको अवेलेबल करवा दिता जो पिछली यूनिट के अंदर सी। हुण आपां गल करांगे 3 नंबर पॉइंट की, पार्श्विक, यानी इनू आपां कहांगे पासेदार व्यंजन धुनियां। पार्श्विक यानी जिहड़ी जीभ के आसे पासे की हो के आवाज़ां आउंदियां ने। तो पूरा का पूरा खेल साथियों मूँह के अंदर के अंग फेफड़ियां तो आ रही पौण धारा तो मूँह के रस्ते होकर बाहर निकलण का जिहड़ा तरीका उसके बारे है। इसलिए इसनूं धुनी बोध कहा जाता है। तो व्याकरण का यह पहला ही टॉपिक है। व्याकरण का पहले भाग के अंदर यह चीज़ सारी समझाई जाती है। तो यह आपनूं कली ऐसे इम्तिहान के अंदर नहीं, जेकर तुसी पंजाबी विषय नाल जुड़ा रहना चाहते हो तो यह आपनूं हर एक इम्तिहान के अंदर मिलने वाले टॉपिक नहीं। इसलिए चीज़ों समझण की कोशिश करना, प्रश्न तो आपां इसके हल करने ही करने ने। हुण आपां गल करते हैं पार्श्विक, यानी इहनूं आपां पासेदार व्यंजन धुनियां कहांगे। पहले इसनूं समझ लैणे कि पासेदार व्यंजन धुनियां असल च है की। इन्हां धुनियां नूं उचारण समय जीभ की नोक दंद पठार नाल स्पर्श करके हवा नूं रोकदी है। हुण इस कंडीशन के अंदर की हुंदा है कि अपनी जीभ है जिहड़ी वो दंद पठार के उपर आके हवा नूं किते ना किते रोक पा दिंदी है। तो इस कंडीशन के अंदर की हुंदी है जिहड़ी अपनी फेफड़े अंदरों आ रही हवा है जिहड़ी वो दंद जीभ के कारण जिहड़ी दंद पठार ते आके रोक पाई गई है, उस दे कारण जीभ के साइडां दी होके दोनों पासों की होके जो वो हवा बाहर निकलती है तो फिर एक धुनी उचारी जाती है। वो धुनी है जिहड़ी अते साह जीभ के दोहां पासों तो बाहर निकल जाती। इस धुनी नूं आपां की कहने आ? पार्श्विक व्यंजन धुनी कहने आ या फिर पासेदार व्यंजन धुनियां कहते हैं। इक्को ही गल है। पार्श्विक यानी पासे वाली,
यानी पासे तो यानी हवा है जिहड़ी जीभ दे पासे दी होके बाहर आई है। इस तरीके नाल समझण दी कोशिश करना। ये अपने कोले दो ने, एक लै है एक लल्ले पैर बिंदी है। ये अपने कोले लै यानी अलै, ये दो अपने कोले आ जांदियां ने। बोल के देखना, जीभ दे दोने साइडां दे हवा किते न किते बाहर निकलेगी मूँह रस्ते होके। इसे कारण आप इसनूं पार्श्विक या फिर पासेदार व्यंजन ध्वनि आखदे हां। इस तो बाद जिहड़ा अपने कोले पॉइंट आ जाता साथियों, वो आ जाता है कंबमा व्यंजन। कंबमा बड़ा ही सरल है, इस तो आपनूं वैसे ही पता चल जाएगा कि जिस दे नाल कंबकंबाहट हो रही होगी। पहले देख लैंदे हां इसनूं। इसनूं उचारण समय जीभ बार बार बुट्टां नूं छूंहदी है, यानी बार बार जिहड़ी जीभ है वो एक वाइब्रेट की तरह होंदी है, वाइब्रेशन की तरह होंदी है, नहीं कंबदी है। इसे कारण आप इसनूं कहने कंबमा व्यंजन। ये अपने कोले एक है पंजाबी के अंदर, जिसनूं आप कहने हैं रारा, यानी 2-3 बार जीभ है जिहड़ी अपनी वो बार बार कंबण की कंडीशन बनाउंदी है, इदां दे हालात बनाउंदी है। तुसी रै जो उचारोगे, रारा उचारोगे या फिर रै उचारोगे तो इस दी आपनूं महसूस होएगा कि किवें आपकी जीभ है जिहड़ी 2-3 बार बुट्टां नूं छूंहदी है, वार वार बुट्टां नूं किवें छूंहदी है। इसलिए इसनूं आपां की कहा, कंबमा व्यंजन किया, यानी रै यानी रारा इसका पूरा उचारण है। इस तो बाद जिहड़ा अपने कोले आ जाता है, आपां उसनूं देख लैंदे हां, वो आ जाता है फटकवां व्यंजन। वैसे तो ये नाम जिन्ने भी दिते ने उस हालात के अनुसार दिते ने, उस दी किरिया के अंदरों ही इस दे शब्द का नाम दिता गया है। जिवें फटकवां व्यंजन है, इसनूं उचारण समय जीभ तालू नूं छू के फटके नाल हेठां आ जाती है। हुण हुंदा इहदे अंदर की है, साडी जीभ है जिहड़ी वो तालू दे नाल लगदी है, पर अचानक दे ने फटक दे ने वो जीभ हेठां आ जाती है तो फिर एक धुनी बाहर निकलती है, तो उसनूं आपां कहने आ फटकवां व्यंजन। ये पंजाबी के अंदर जिहड़ा फटकवां व्यंजन आ जाता है, वो आ जाता है साथियों अड़ाड़ा। उन्होंने आपां की आखदे हां, उन्होंने आपां अड़ाड़ा कहने हैं। ये फटकवां व्यंजन है। फिर इस तो बाद अपने कोले आ जाता है संघर्षी व्यंजन। संघर्षी यानी जिन्हां नूं बोलण समय अपनी जिहड़ी पौण धारा है किते न किते संघर्ष करके यानी रगड़ खा के बाहर आउंदी है, तो उन्होंने आपां संघर्षी कहने आ। इन्हां दे उचारण समय ਸਾਹ ਦੀ हवा उचारण अंगां नाल खहिंदी है। उचारण अंग जिहड़े मूँह पोल दे अंदर ने अपने, उस दे अंगां दे नाल किते न किते संघर्ष करके या फिर रगड़ खा के बाहर आउंदी है। रगड़ खांदी है जां संघर्ष करके बाहर निकलदी है, उन्हां नूं आपां की कहने आ, संघर्षी व्यंजन कहने आ। हुण संघर्षी व्यंजन किहड़े आ गए अपने कोले, ये तुसीं देख रहे हो, सै, शै, जै, फै, खै, गै, ये ने अपने कोले संघर्षी व्यंजन ने। ये टोटल 6 ने अपने को। इन्हां दी काउंटिंग भी याद करनी पेगी तो किहड़े-किहड़े ने ये भी याद करने पैणगे, तो किस वर्ग वंड के अंदर ने ये भी आपनूं याद करना पेगा। 2 तरीके ने, या तो याद करो या फिर इन्हां नूं समझो। जेकर समझ गए तो उस जिवें संघर्षी है, संघर्षी शब्द तो ही तुहाडे दिमाग च आएगा कि ये धुनियां वो ने जिहड़ियां किते न किते मूँह पोल के अंदर संघर्ष करके पौण धारा रस्ते बाहर आ रही ने। तो फिर उतों अपने आप ही तुहानूं पता चल जाएगा कि बोल के देख लेना, 1-2 बार प्रैक्टिस करना, समझ आ जाएगा। ये तो इसका असली तरीका है। दूसरा तरीका इन्हों याद करो या फिर ट्रिक विधि के नाल इसनूं तैयार करो कि तुसीं पेपर के अंदर इसनूं हल कर सको। ये 2 ही तरीके ने, तो प्रश्न आने इन्हां दे अंदरों सुभाविक है। अक्सर पेपर के अंदर इन्हां पॉइंटां दे अंदरों प्रश्न पूछे जाते रहते हैं। इस तो बाद आपां गल करांगे 7वें पॉइंट की, क्योंकि 8 अपने कोले वर्ग वंड ने व्यंजन धुनियां दी। जो आप विधि या ढंग के अनुसार गल करते हैं तो 7वें आ जाते हैं जी, वो आ जाती है सरकवें। यानी जिहड़े एक तरीके नाल आपां ये कहीए कि जीभ थोड़ी जी अपनी सरक के बाहर नूं आउंदी है, उचारण समय वो सरकदी है, तो उसनूं आपां सरकवें व्यंजन कह दिंदे हां। पंजाबी के 2 अर्ध स्वर सरकवें व्यंजन ने। ये असल के अंदर अर्ध स्वर नहीं, अर्ध स्वर यानी अद्धे स्वर ने, पूरे स्वर नहीं, अद्धे स्वर कही जा सकते हैं। ये जदों व्यंजन विच बदलते हैं तो उचारण समय हवा जीभ नाल सरक के बाहर निकलती है। हुण हुंदी की है कि जिहड़ा साडी पौण धारा है वो बाहर आउंदी है, तो वो जीभ के रस्ते वो जीभ है जिहड़ी किते जिहड़ी हवा नूं बाहर कड्ढण दे अंदर कोई ना कोई एक्टिविटी कर रही है, वो सरकदी है। इस कारण इसनूं आपां सरकवें व्यंजन कहने आ। ते इह अपने अर्ध स्वर भी ने। अर्ध स्वर यानी अद्धे स्वर ने।
ਇਹਨਾਂ ਨੂੰ ਅੱਧੇ ਸਵਰ ਕਹਾਂਗੇ। ਹੈ ਤਾਂ ਇਹ ਵਿਅੰਜਨ ਪਰ ਇਹ ਅੱਧੇ ਸਵਰ ਦਾ ਵੀ ਕੰਮ ਕਰਦੇ ਨੇ। ਇਸ ਦੇ ਅੰਦਰ ਆਪਣੇ ਕੋਲੇ ਦੋ ਆ ਜਾਂਦੇ ਨੇ, ਇੱਕ ਯੈ ਆ ਜਾਂਦਾ ਹੈ ਤੇ ਇੱਕ ਆ ਜਾਂਦਾ ਹੈ ਵੈ। ਤਾਂ ਇਹ ਸਰਕਵੇ ਵਿਅੰਜਨ ਦੇ ਅੰਦਰ ਆਉਂਦੇ ਨੇ। ਇਹ ਯਾਦ ਵੀ ਕਰਨੇ ਪੈਣਗੇ ਆਪ ਨੂੰ, ਤੇ ਸਮਝਣ ਜੇਕਰ ਤੁਸੀਂ ਸਮਝ ਲਓ ਤਾਂ ਜ਼ਿਆਦਾ ਠੀਕ ਰਹੇਗਾ। ਫਿਰ ਇਸ ਤੋਂ ਬਾਅਦ 'ਚ ਆਪਣੇ ਕੋਲੇ ਜਿਹੜਾ ਲਾਸਟ ਪੁਆਇੰਟ ਆ ਜਾਂਦਾ ਸਾਥੀਓ, ਵਿਅੰਜਨ ਧੁਨੀਆਂ ਦਾ ਉਚਾਰਨ ਵਿਧੀ ਜਾਂ ਫਿਰ ਢੰਗ ਦੇ ਅਨੁਸਾਰ ਆਪਾਂ ਗੱਲ ਕਰਦੇ ਹਾਂ ਤਾਂ ਉਸ ਦੇ ਅੰਦਰ ਜਿਹੜਾ ਲਾਸਟ ਪੁਆਇੰਟ ਆ ਜਾਂਦਾ ਹੈ ਉਹ ਆ ਜਾਂਦਾ ਸੰਘੋਸ਼ ਮਹਾਪ੍ਰਾਣ ਵਿਅੰਜਨ ਧੁਨੀਆਂ ਦਾ। ਇਹਨਾਂ ਨੂੰ ਉਚਾਰਨ ਲਈ ਸਾਹ ਦੀ ਗਤੀ ਤੇਜ਼ ਤੇ ਸੰਘਣੀ ਹੁੰਦੀ ਹੈ। ਹੁਣ ਹੁੰਦਾ ਕੀ ਹੈ, ਜਿਹੜੀ ਸਾਡਾ ਸਾਹ ਹੈ ਯਾਨੀ ਸਾਹ ਦਾ ਮਤਲਬ ਜਿਹੜੀ ਆਪਣੀ ਹਵਾ ਫੇਫੜਿਆਂ 'ਚੋਂ ਆ ਰਹੀ ਹੈ ਉਸ ਦੀ ਸਪੀਡ ਕਿਤੇ ਨਾ ਕਿਤੇ ਗਹਿਰੀ ਗਾੜੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਹੋ ਜਾਂਦੀ ਹੈ, ਵਧੇਰੇ ਕਹਿ ਸਕਦੇ ਹਾਂ। ਪ੍ਰਾਣ ਵੀ ਵੱਧ ਲੱਗਦਾ ਹੈ, ਉਸ ਦੇ ਨਾਲ ਕੀ ਆਪਣੀ ਜਿਹੜੀ ਹਵਾ ਨੂੰ ਪੰਪਿੰਗ ਦੇਣ ਦਾ ਕੰਮ ਹੈ ਜਿਹੜਾ ਉਸ ਦੇ ਉੱਪਰ ਵਧੇਰੇ ਪ੍ਰੈਸ਼ਰ ਹੁੰਦਾ ਹੈ। ਆਪਾਂ ਇਸ ਤਰੀਕੇ ਨਾਲ ਇਸ ਨੂੰ ਸਮਝ ਸਕਦੇ ਹਾਂ। ਅੱਜ ਕੱਲ੍ਹ ਇਹ ਧੁਨੀਆਂ ਘੱਟ ਉਚਾਰੀਆਂ ਜਾਂਦੀਆਂ ਨੇ। ਹੁਣ ਪੰਜਾਬੀ ਦੇ ਅੰਦਰ ਇਹ ਧੁਨੀਆਂ ਉਸ ਰੂਪ ਦੇ ਅੰਦਰ ਨਹੀਂ ਉਚਾਰੀਆਂ ਜਾਂਦੀਆਂ ਜਿਹੜੀਆਂ ਕਿਸੇ ਵੇਲੇ ਪੰਜਾਬੀ ਦੇ ਅੰਦਰ ਇਹਨਾਂ ਦੀ ਜਗ੍ਹਾ ਸੀ। ਇਹ ਪ੍ਰਸ਼ਨ ਵਧੇਰੇ ਪੁੱਛਿਆ ਜਾਂਦਾ ਹੈ, ਇਸ ਤੋਂ ਸੰਬੰਧਿਤ ਜ਼ਿਆਦਾਤਰ ਪ੍ਰਸ਼ਨ ਪੁੱਛੇ ਜਾਂਦੇ ਨੇ, ਇਹ ਨੋਟ ਕਰ ਲੈਣਾ। ਇਹ ਧੁਨੀਆਂ ਸ਼ਬਦ ਵਿੱਚ ਪਹਿਲੀ ਸਥਿਤੀ ਵਿੱਚ ਆਉਣ ਵੇਲੇ ਸੰਘੋਸ਼ ਮਹਾਪ੍ਰਾਣ ਵਿੱਚ ਅਤੇ ਅੰਤਲੀ ਸਥਿਤੀ ਵਿੱਚ ਆਉਣ ਵੇਲੇ ਨਾਦੀ ਅਲਪ੍ਰਾਣ ਧੁਨੀਆਂ ਹੋ ਜਾਂਦੀਆਂ ਨੇ। ਹੁਣ ਇਹ ਦੋ ਕੰਡੀਸ਼ਨਾਂ ਬਣਦੀਆਂ ਨੇ। ਇੱਕ ਤਾਂ ਬਣਦੀਆਂ ਹੈ ਜੇਕਰ ਇਹਨਾਂ ਦੀ ਦੋ ਸਥਿਤੀਆਂ ਬਣਦੀਆਂ ਨੇ ਜਿਨ੍ਹਾਂ ਦੇ ਅੰਦਰ ਪਹਿਲੀ ਸਥਿਤੀ ਤਾਂ ਇਹ ਹੈ ਕਿ ਇਹ ਅਗਰ ਕਿਸੇ ਸ਼ਬਦ ਦੇ ਵਿੱਚ ਆਉਣ ਤਾਂ ਉਸ ਵੇਲੇ ਕੀ ਹੁੰਦਾ ਹੈ, ਇਹ ਸੰਘੋਸ਼ ਮਹਾਪ੍ਰਾਣ ਧੁਨੀਆਂ ਹੋ ਜਾਂਦੀਆਂ ਹਨ। ਜੇਕਰ ਵਿੱਚ ਅਤੇ ਅੰਤਲੀ ਸਥਿਤੀ ਦੇ ਅੰਦਰ ਆਉਣ ਤਾਂ ਉਸ ਵੇਲੇ ਇਹ ਅਲਪ ਪ੍ਰਾਣ ਧੁਨੀਆਂ ਹੋ ਜਾਂਦੀਆਂ ਨੇ। ਜਿਵੇਂ ਆਪਾਂ ਇਸ ਦੇ ਅੰਦਰ ਆਪਣੇ ਕੋਲੇ 5 ਆ ਜਾਂਦੀਆਂ ਨੇ ਜਿਨ੍ਹਾਂ ਦੇ ਅੰਦਰ ਇਹ ਕੈ, ਚੈ, ਟੈ, ਦੈ ਤੇ ਬੈ ਆ ਜਾਂਦੀਆਂ ਨੇ। ਇਹ ਆਪਣੇ ਕੋਲ ਸੰਘੋਸ਼ ਮਹਾਪ੍ਰਾਣ ਵਿਅੰਜਨ ਧੁਨੀਆਂ ਨੇ। ਤਾਂ ਅੱਜ ਆਪਾਂ ਇਸ ਕਲਾਸ ਦੇ ਅੰਦਰ ਦੇਖਿਆ ਕਿ ਵਿਅੰਜਨ ਧੁਨੀਆਂ ਦਾ ਢੰਗ ਜਾਂ ਫਿਰ ਵਿਧੀ ਦੇ ਅਨੁਸਾਰ ਕੀ ਵਰਗ ਵੰਡ ਹੈ। ਇਸ ਦੇ ਅੰਦਰੋਂ ਪ੍ਰਸ਼ਨ ਪਿਛਲੇ ਇਮਤਿਹਾਨਾਂ ਦੇ ਅੰਦਰ ਰੀਟ ਦੇ ਅੰਦਰ ਵੀ ਆਏ ਨੇ। ਪੰਜਾਬੀ ਨਾਲ ਜੁੜੇ ਹੋਏ ਹਰ ਇੱਕ ਕੰਪੀਟੀਸ਼ਨ ਦੇ ਅੰਦਰ ਆਉਂਦੇ ਰਹਿੰਦੇ ਨੇ। ਵਿਆਕਰਣ ਦਾ ਇਹ ਪਹਿਲਾ ਪੁਆਇੰਟ ਇਸ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਸ ਵਾਰ ਆਪਦੇ ਰੀਟ ਦੇ ਦੋਨੋਂ ਲੈਵਲ ਦੇ ਅੰਦਰ ਲੈਵਲ ਫਸਟ ਤੇ ਲੈਵਲ ਸੈਕਿੰਡ ਤੇ ਲੈਂਗੁਏਜ ਫਸਟ ਪੰਜਾਬੀ ਤੇ ਲੈਂਗੁਏਜ ਸੈਕਿੰਡ ਪੰਜਾਬੀ ਦੇ ਅੰਦਰ ਇਹ ਟੌਪਿਕ ਦਿੱਤਾ ਹੋਇਆ, ਜਿੱਥੇ ਉਹਨਾਂ ਨੇ ਇਹ ਗੱਲ ਲਿਖ ਕੇ ਛੱਡ ਦਿੱਤੀ ਕਿ ਸਵਰ ਤੇ ਵਿਅੰਜਨ। ਜਿੱਥੇ ਸਵਰ ਤੇ ਵਿਅੰਜਨ ਲਿਖਿਆ, ਸਵਰ ਦੇ ਅੰਦਰ ਤਾਂ ਸਵਰ ਧੁਨੀਆਂ ਦੇ ਬਾਰੇ ਗੱਲ ਕੀਤੀ ਜੋ ਵੀਡੀਓ ਆਪ ਨੂੰ ਅਵੇਲੇਬਲ ਕਰਵਾ ਦਿੱਤਾ ਹੈ, ਤੇ ਵਿਅੰਜਨ ਦੇ ਬਾਰੇ ਵਿਅੰਜਨ ਧੁਨੀਆਂ ਦੇ ਬਾਰੇ ਗੱਲ ਕਰ ਰਹੇ ਹਾਂ ਜਿਸ ਦੇ ਅੰਦਰ ਇਹ ਦੂਸਰਾ ਵੀਡੀਓ ਹੈ। ਇਸ ਤੋਂ ਬਾਅਦ 'ਚ ਇੱਕ ਵੀਡੀਓ ਹੋਰ ਮੈਂ ਇਸ ਟੌਪਿਕ ਨਾਲ ਜੁੜਿਆ ਹੋਇਆ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਹੋਰ ਵਿਸਤਾਰ ਸਹਿਤ ਆਪ ਨੂੰ ਇਹ ਸਮਝਾ ਸਕਾਂ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਇੱਕ ਪੁਆਇੰਟ ਸਮਝਾਇਆ ਜਾਏ, ਨਾ ਕਿ ਤੇਜ਼ ਗਤੀ ਦੇ ਨਾਲ ਪੁਆਇੰਟਾਂ ਨੂੰ ਕਵਰ ਕੀਤਾ ਜਾਏ। ਇਸ ਹਿਸਾਬ ਨਾਲ ਅਸੀਂ ਸਿਲੇਬਸ ਚਾਹੇ 1 ਮਹੀਨੇ ਦੇ ਅੰਦਰ ਹੀ ਪੜ੍ਹ ਲਈਏ ਪਰ ਉਹ ਸਮਝ ਨਹੀਂ ਆਏਗਾ। ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਇੱਕ ਪੁਆਇੰਟ ਨੂੰ ਸਮਝਿਆ ਜਾਏ, ਉਹ ਕੀ ਹੈ, ਕਿਵੇਂ ਕੰਮ ਕਰਦਾ ਹੈ ਤੇ ਸਾਡੇ ਸਿਲੇਬਸ ਦੇ ਅੰਦਰ ਉਹਦਾ ਕੀ ਰੋਲ ਹੈ। ਜੇਕਰ ਇਹ ਗੱਲਾਂ ਆਪਾਂ ਸਮਝ ਗਏ ਤਾਂ ਆਪਣੇ ਤੋਂ ਇਹ ਪਹੁੰਚ ਤੋਂ ਬਾਹਰ ਨਹੀਂ ਹੋ ਸਕਦੇ। ਮੈਨੂੰ ਆਸ ਹੈ ਕਿ ਆਪ ਨੂੰ ਇਹ ਵਧੇਰੇ ਸਮਝ ਆਇਆ ਹੋਵੇਗਾ। ਕਮੈਂਟ ਰਾਹੀਂ ਮੈਨੂੰ ਦੱਸਣ ਦੀ ਜ਼ਰੂਰ ਕੋਸ਼ਿਸ਼ ਕਰਨਾ ਕਿ ਆਪ ਨੂੰ ਇਹ ਵੀਡੀਓ ਕਿੱਦਾਂ ਦਾ ਲੱਗਾ। ਵਧੀਆ ਲੱਗਿਆ ਲਾਈਕ ਸ਼ੇਅਰ ਕਰ ਦੇਣਾ। ਇਸ ਦੇ ਨਾਲ ਨਾਲ ਮੈਂ ਆਪ ਦੇ ਲਈ ਈਵਨਿੰਗ ਟਾਈਮ ਦੇ ਅੰਦਰ, ਸ਼ਾਮ ਦੇ ਟਾਈਮ ਦੇ ਅੰਦਰ ਵੀਡੀਓ ਦੇਣ ਵਾਲਾ ਹਾਂ ਜਿਸ ਦੇ ਅੰਦਰ ਆਪ ਨੂੰ ਪ੍ਰਸ਼ਨ ਮਿਲਣਗੇ। ਕੁਝ ਮੇਰੇ ਸਾਥੀ ਬੜੇ ਕਾਲੇ ਹੋ ਜਾਂਦੇ ਨੇ ਕਿ ਅਜੇ ਤੱਕ PDF ਨਹੀਂ ਮਿਲੀ ਜਾਂ ਫਿਰ ਪ੍ਰਸ਼ਨ ਦੇ ਵੀਡੀਓ ਨਹੀਂ ਮਿਲੇ, ਤਾਂ ਥੋੜ੍ਹਾ ਜਿਹਾ ਹੌਸਲਾ ਬਣਾ ਕੇ ਰੱਖੋ। ਐਸੇ ਤਰੀਕੇ ਨਾਲ ਚੈਨਲ ਦੇ ਉੱਪਰ ਬਣੇ ਰਹੋ, ਇਸ ਚੈਨਲ ਨੂੰ ਪਿਆਰ ਸਤਿਕਾਰ ਦਿੰਦੇ ਰਹੋ। ਪ੍ਰਸ਼ਨ ਵੀ ਮਿਲਣਗੇ, PDFਾਂ ਵੀ ਮਿਲਣਗੀਆਂ। ਵਧੇਰੇ PDF ਮੈਂ ਜਿਹੜੀਆਂ ਆਪਣੀ ਰੀਟ ਸਿਲੇਬਸ ਤੋਂ ਸੰਬੰਧਿਤ ਆ ਉਹ ਆਪ ਨੂੰ ਟੈਲੀਗ੍ਰਾਮ ਚੈਨਲ ਦੇ ਉੱਪਰ ਅਵੇਲੇਬਲ ਕਰਵਾ ਚੁੱਕਿਆ, ਪਰ ਫਿਰ ਵੀ ਕੁਝ ਪੁਆਇੰਟਾਂ ਦੀਆਂ ਨਹੀਂ ਹੈ ਤਾਂ ਉਹ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਜਾਂ ਜਿਵੇਂ ਜਿਵੇਂ ਆਪਾਂ ਟੌਪਿਕ ਪੜ੍ਹਦੇ ਜਾ ਰਹੇ ਹਾਂ ਉਸ ਹਿਸਾਬ ਨਾਲ ਅਵੇਲੇਬਲ ਕਰਵਾ ਦਿਆਂਗਾ। ਇਸ ਦੇ ਨਾਲ ਮੈਂ ਇੱਕ ਗੱਲ ਹੋਰ ਦੱਸਣੀ ਚਾਹਾਂਗਾ ਕਿ ਟੈਲੀਗ੍ਰਾਮ ਦੇ ਉੱਪਰ ਆਪ ਨੂੰ ਦੋ ਚੈਨਲ ਮਿਲ ਰਹੇ ਨੇ। ਇੱਕ ਸਹਿਜ ਸਟੱਡੀ ਚੈਨਲ ਹੈ ਜਿਸ ਦਾ ਅੰਦਰ ਆਪ ਨੂੰ ਇਸ YouTube ਚੈਨਲ ਦੀ ਆਲ ਨੋਟੀਫਿਕੇਸ਼ਨ ਮਿਲ ਰਹੀ, ਹੋਰ ਕੁਝ ਵੀ ਨਹੀਂ ਹੈ ਉੱਥੇ। ਦੂਸਰਾ ਜਿਹੜਾ ਚੈਨਲ ਹੈ ਉਹ ਆਪਦੇ ਰੀਟ PSTET CTET ਦਾ ਹੈ, ਜਿੱਥੇ ਰੀਟ ਦੀ ਤਿਆਰੀ ਕਰਵਾਈ ਜਾ ਰਹੀ ਹੈ, ਜਿੱਥੇ ਆਪ ਨੂੰ PDF ਮਿਲੇਗੀ, ਹਰ ਇੱਕ ਵੀਡੀਓ ਮਿਲੇਗਾ ਰੀਟ ਦੇ ਨਾਲ ਜੁੜਿਆ ਹੋਇਆ, ਰੀਟ ਤੋਂ ਇਲਾਵਾ ਨਹੀਂ ਮਿਲੇਗਾ।
ਪਰ ਜਿਹੜਾ ਸਹਿ ਸਟੱਡੀ ਉੱਥੇ ਤੁਹਾਨੂੰ ਇਸ ਤੋਂ ਇਲਾਵਾ ਵੀ ਪੰਜਾਬ ਦੇ ਹੋਰ ਇਮਤਿਹਾਨ ਨੇ ਉਹਨਾਂ ਦੇ ਵੀ ਵੀਡੀਓ ਮਿਲਣ ਵਾਲੇ ਨੇ। ਉਹ ਇੱਕ ਨੋਟੀਫਿਕੇਸ਼ਨ ਚੈਨਲ ਹੈ, ਪਰ ਇੱਕ ਗਰੁੱਪ ਵੀ ਬਣਿਆ ਹੋਇਆ ਜਿਸ ਦੇ ਅੰਦਰ ਤੁਸੀਂ ਡਿਸਕਸ ਕਰ ਸਕਦੇ ਹੋ। ਉਹ ਗਰੁੱਪ ਇਸੇ ਲਈ ਬਣਾਇਆ ਗਿਆ ਕਿ ਰੀਟ ਦੀ ਤਿਆਰੀ ਕਰਨ ਵਾਲੇ ਬੱਚੇ ਆਪਸ ਦੇ ਅੰਦਰ ਗੱਲਬਾਤ ਕਰ ਸਕਣ, ਕਿਸੇ ਪ੍ਰਸ਼ਨ ਦੇ ਬਾਰੇ ਵਿਚਾਰ ਰੱਖ ਸਕਣ, ਇੱਕ ਦੂਸਰੇ ਨਾਲ ਡਿਸਕਸ ਕਰਕੇ ਇਸ ਚੀਜ਼ ਨੂੰ ਹੋਰ ਸੁਖਾਲੀ ਤੇ ਸਹਿਜ ਬਣਾ ਸਕਣ। ਇਸ ਲਈ ਆਪ ਨੂੰ PDF ਸਿਰਫ ਰੀਟ PSTET ਜਿਹੜਾ ਟੈਲੀਗ੍ਰਾਮ ਚੈਨਲ ਹੈ ਉੱਥੇ ਹੀ ਮਿਲਣ ਵਾਲੀ ਹੈ, ਇਸ ਤੋਂ ਇਲਾਵਾ ਹੋਰ ਕਿਤੇ ਨਹੀਂ। ਕੁਝ ਸਾਥੀ ਲਗਾਤਾਰ ਕਹਿ ਰਹੇ ਨੇ ਕਿ PDF ਨਹੀਂ ਮਿਲੀ, ਤਾਂ ਉਹ ਦੇਖ ਲੈਣ ਕਿ ਤੁਸੀਂ ਕਿਹੜੇ ਚੈਨਲ ਦੇ ਅੰਦਰ ਹੋ। ਮੈਨੂੰ ਆਸ ਹੈ ਕਿ ਅੱਜ ਦੀ ਕਲਾਸ ਵਧੀਆ ਲੱਗੀ ਹੋਏਗੀ, ਕਮੈਂਟ ਕਰਕੇ ਜ਼ਰੂਰ ਦੱਸ ਦੇਣਾ। ਐਸੀ ਆਸ ਦੇ ਨਾਲ ਮਿਲਦਾ ਹਾਂ ਅਗਲੀ ਕਲਾਸ ਦੇ ਅੰਦਰ, ਉਦੋਂ ਤੱਕ ਦੇ ਲਈ ਧੰਨਵਾਦ ਸਾਥੀਓ।